ਸਕੂਲ ਜਾਣ ਲੱਗੇ ਉਹਨੂੰ ਪਰੇਸ਼ਾਨ ਕਰਦਾ ਸੀ। ਉਹ ਆ ਕੇ ਦੱਸਦੀ ਕਿ ਪਾਪਾ ਜੀ ਮੈਨੂੰ ਪਰੇਸ਼ਾਨ ਕਰਦਾ ਤੇ ਜਾ ਕੇ ਵੇਖਿਆ ਮੇਰੀ ਬੇਟੀ ਮੌਕੇ ਤੇ ਹੀ ਦਮ ਤੋੜ ਗਈ। ਬੇਟੇ 'ਚ ਸਾਹ ਆਇਆ ਸੀ ਜਿਵੇਂ ਕਿਵੇਂ ਆਇਆ ਸੀ ਰਕਸ਼ੇ 'ਚ ਪਾ ਕੇ। ਬੇਟੀ ਨਹੀਂ ਸੀ, ਉਹ ਮੇਰਾ ਬੇਟਾ ਸੀ। ਰੌਣਕ ਸੀ ਘਰ ਦੀ ਦੋਨੋਂ। ਨਵਾਜ਼ ਸਾਹਿਬਾ ਕਹਿੰਦੀ ਮੈਂ ਸਭ ਦੀ ਮਾਂ ਹੈ, पर पता तो उदों लगेगा जो साढ़े नाल इंसाफ करेगी। अस्सलाम वालेकुम नाज़रीन, मैं हूं एडी मलिक और गुजरांवाला की असगर कॉलोनी में दो बहन भाइयों को सरेआम गोलियां मार के कत्ल कर दिया गया। इसके बारे में हमने आपको जाए वकूआ और इस वाक़या के मुद्दई का भी मौक़िफ़ आपके सामने रखा कि इन बच्चों का कसूर क्या था। हमारे साथ इस वीडियो में इन दोनों जवान बहन भाइयों का बाप मौजूद है, जिसके पास अल्फाज नहीं और जिसके आंसू रो रो के खुश्क हो चुके हैं कि उनको इंसाफ कब मिलेगा। हम बहुत सारे ऐसे वाक़यात आपके सामने लेकर आते हैं और बहुत सारे ऐसे वाक़यात में ऐसे गरीब लोगों को हमारी पंजाब पुलिस फौरी इंसाफ फराहम करती है, लेकिन ये गरीब ख़ानदान अपने दो बच्चों के कत्ल के इंसाफ के मुंतज़र हैं। इनका बेटा ज़िंदगी और मौत की जंग लड़ते लड़ते हॉस्पिटल में दम तोड़ गया। जवान बेटी को मस्जिद के दरवाज़े के ऊपर गोलियां मारकर उसे शहीद कर दिया गया। वो बच्ची जो स्कूल से तालीम का जेवर लेकर अपने भाई के साथ बाहिफाजत अपने घर जा रही थी और उसका गुनाह ये था कि उसे एक उबाश इसी मोहल्ले का से हरासा करता था। उसने जब अपने बाप को ये बताया कि मेरे साथ इस तरह का वाक़या पेश आता है, तो इन्होंने ज़िम्मेदारी अपने बेटे की लगा दी और भाई ने अपनी बहन का मुहाफ़िज़ बनकर उसकी इज़्ज़त को बचाने के लिए अपनी जान तक कुर्बान कर दी। अब देखते हैं कि कब इनके बच्चों का इंसाफ मिलेगा या फिर ये इसी तरह धक्के खाते रहेंगे। बच्चों के वालिद से मुलाकात करवाते हैं आपकी, उनसे जानते हैं कि जब इनको इतला दी गई कि आपके बच्चों पर गोलियां चला दी गई हैं, इन पर कैसे क़यामत का पहाड़ टूटा, कैसे इन्होंने खुद को तसल्ली दी और हिम्मत करके जब अपने बच्चों को खून में लथपथ देखा तो इनके शायद इनके पाँव के नीचे से ज़मीन खिसक चुकी थी। इनसे बात करते हैं। अस्सलाम वालेकुम सर। वालेकुम अस्सलाम। भजन क्या नाम है आपका? लुकमान। लुकमान भाई, की होया सी वाक़या? ਤੁਹਾਡੀ बेटी ਨੂੰ किस तरह हरासा करता सी और ਇਹ कौन शख्स है ਜਿਹੜਾ ਤੁਹਾਡੀ ਬੱਚੇ ਨੂੰ हरासा करता सी? नामवर डाकू है हसन। ਸਕੂਲ ਜਾਣ ਲੱਗੇ ਉਹਨੂੰ ਪਰੇਸ਼ਾਨ ਕਰਦਾ ਸੀ। ਉਹ ਆ ਕੇ ਦੱਸਦੀ ਸੀ ਕਿ ਪਾਪਾ ਜੀ ਮੈਨੂੰ ਪਰੇਸ਼ਾਨ ਕਰਦਾ। ਮੈਂ ਬੇਟੇ ਨੂੰ ਕਿਹਾ, ਬੇਟੇ ਨੇ ਕਿਹਾ ਪਾਪਾ ਜੀ ਮੈਂ ਖੁਦ ਹੀ ਗੱਲ ਕਰਨੀ ਆ। ਉਹਨੇ ਖੁਦ ਉਹਨੂੰ ਗੱਲਬਾਤ ਕੀਤੀ। ਉਹਨੇ ਕਿਹਾ ਜਾ ਤੂੰ ਜੋ ਕਰਨਾ ਕਰ ਲੈ। ਅੱਛਾ, ਉਸ ਡਾਕੂ ਉਸ ਮੁਲਜ਼ਮ ਦੇ ਨਾਲ ਤੁਹਾਡੇ ਬੇਟੇ ਨੇ ਗੱਲਬਾਤ ਕੀਤੀ? ਉਹਨੂੰ ਪੁੱਛਿਆ? ਉਹਨੇ ਕਿਹਾ ਮੈਂ ਅੱਗੋਂ ਵੀ ਕਰਕੇ ਵਹਾਵਾਂਗਾ ਤੁਹਾਨੂੰ, ਮੈਂ ਮਾਰ ਦੇਣਾ ਤੁਹਾਨੂੰ। ਇਸ ਤਰ੍ਹਾਂ ਹੀ ਸਾਡੇ ਗੱਲ ਚੱਲਦੀ ਰਹੀ। ਉਹਦਾ ਪਿਓ ਸੰਜੀਦਗੀ ਨਹੀਂ ਲਿੱਤੀ ਕਿ ਬੱਚੇ ਨੇ ਜਦੋਂ ਪੁੱਛਿਆ ਉਹਨੂੰ ਵੀ ਧਮਕੀ ਲਗਾ ਦਿੱਤੀ ਹੈ? ਉਹਦੇ ਪਿਓ, ਉਹਨੇ ਆਪਣੇ ਪਿਓ ਨੂੰ ਜੋ ਘਾਲਤਾ, ਪਤਾ ਨਹੀਂ ਉਹਦੇ ਪਿਓ ਆਇਆ ਜਾਂ ਉਹਨੂੰ ਘੱਲਿਆ। ਉਹਦਾ ਪਿਓ ਮਾਫੀ ਤਲਾਫੀ ਕਰ ਗਿਆ। ਅਸੀਂ ਨਹੀਂ ਸੀ ਮੰਨਦੇ। ਮੈਂ ਕਿਹਾ ਨਹੀਂ, ਮੇਰੇ ਭਾਈ ਨੇ ਕਰਨਾ ਜੋ ਕਰਨਾ। ਅਸੀਂ ਉਹਦੇ ਤੱਕ ਨਹੀਂ ਕਿ ਗੱਲ ਪਹੁੰਚਾਈ। ਉਹ ਸਾਡੇ ਨਾਲ ਕਹਿੰਦਾ ਜੇ ਅੱਜ ਤੋਂ ਬਾਅਦ ਕੋਈ ਵੀ ਕੋਈ ਹਰਕਤ ਕਰੇਗਾ ਨਾ ਅਸੀਂ ਤੁਹਾਡੇ ਨਾਲ ਖਲੋਵਾਂਗੇ। ਬਾਕੀ ਅਸੀਂ ਇਸ ਮੁਲਜ਼ਮ ਦੇ ਬਾਪ ਨੇ ਤੁਹਾਨੂੰ ਤਸੱਲੀ ਦਿੱਤੀ? ਹਾਂਜੀ, ਜੋ ਬਾਪ ਤੁਹਾਡੇ ਨਾਲ ਖੜਾ ਹੈ? ਭਰਾ ਸੀ, ਦੋ ਬੇਟੇ ਸੀ, ਉਹਨਾਂ ਦੇ 3-4 ਆਦਮੀ ਸੀ ਨਾਲ। ਉਹਨਾਂ ਪੂਰੀ ਤਸੱਲੀ ਦਿੱਤੀ ਕਿ ਆਇੰਦਾ ਤੁਹਾਡੇ ਨਾਲ ਕੋਈ ਵੀ ਹਰਕਤ ਕਰੇਗਾ ਅਸੀਂ ਤੁਹਾਡੇ ਨਾਲ ਖਲੋਤੇ ਹੋਵਾਂਗੇ, ਇਹਦੇ ਨਾਲ ਨਹੀਂ। ਪਰ ਕੋਈ ਉਹਨੇ ਸਾਨੂੰ ਤਸੱਲੀ, ਉਹ ਸਭ ਝੂਠੀ ਹੋਈ। ਇਸ ਵਾਕਿਆ ਤੋਂ ਬਾਅਦ ਉਹ ਸਾਰੇ ਲੋਕ ਤੁਹਾਡੇ ਨਾਲ ਖੜੇ ਨੇ ਜਾਂ ਨਸ ਗਏ ਨੇ? ਕੋਈ ਰਾਬਤਾ ਨਹੀਂ, ਕੋਈ ਨਹੀਂ ਆਏ। ਅੱਛਾ, ਬੇਟੀ ਨੇ ਤੁਹਾਨੂੰ ਜਦੋਂ ਦੱਸਿਆ ਕਿ ਇਹ ਮੁਲਜ਼ਮ ਜਿਹੜਾ ਹੈਗਾ ਮੈਨੂੰ ਹਰਾਸਾਂ ਕਰਦਾ ਹੈਗਾ, ਉਹ ਜਦੋਂ ਤੁਹਾਡੀ ਬੇਟੀ ਦੇ ਨਾਲ ਇਹ ਹਾਦਸਾ ਪੇਸ਼ ਆ ਗਿਆ, ਕੁਝ ਖਬਰਾਂ ਵਾਇਰਲ ਕੀਤੀਆਂ ਗਈਆਂ ਕਿ ਇਹ ਬੱਚਿਆਂ ਨੂੰ ਮਾਰਨ ਵਾਲਾ ਜਿਹੜਾ ਸ਼ਖਸ ਹੈਗਾ ਇਹ ਬੱਚਿਆਂ ਦਾ ਸਗਾ ਖਾਲੂ ਹੈ। ਇਹਦੇ 'ਚ ਕਿੰਨੀ ਸਦਾਕਤ ਹੈ? ਕੋਈ ਰਿਸ਼ਤਾਦਾਰੀ ਹੈ ਸੀ ਇਹਨਾਂ ਦੇ ਨਾਲ? ਇਹ ਝੂਠ ਹੈ, ਸਭ ਫਰਾਡ ਹੈ। ਇਹ ਸਿਰਫ ਵਿਊ ਲੈਣ ਵਾਸਤੇ, ਲਾਈਕ ਲੈਣ ਵਾਸਤੇ ਹਰ ਬੰਦਾ ਆਪਣੀ ਆਪਣੀ ਖਬਰ ਚਲਾ ਰਿਹਾ। ਲਿਹਾਜ਼ਾ ਉਹਦੇ ਨਾਲ ਸਾਡਾ ਕੋਈ ਤਲਕ ਵਾਸਤਾ ਨਹੀਂ ਸੀ ਹੈ। ਅੱਛਾ, ਕੋਈ ਰਿਸ਼ਤੇਦਾਰੀ ਨਹੀਂ ਤੱਕ ਸਾਡਾ, ਮੇਰਾ ਕੋਈ ਤਲਕ ਵਾਸਤਾ ਨਹੀਂ ਉਹਦੇ ਨਾਲ। ਸਿਰਫ ਉਹ ਅਵਾਰਾਗਰਦ ਸੀ, ਇਸ ਤਰ੍ਹਾਂ ਦੀਆਂ ਬੱਚੀਆਂ ਨੂੰ ਹਰਾਸਾਂ ਕਰਦਾ ਜੀ। ਇਹ ਜਿਹੜਾ ਵਾਕਿਆ ਹੋਇਆ ਤੁਹਾਨੂੰ ਕਿਹਨੇ ਇਤਲਾਹ ਦਿੱਤੀ ਸੀ ਕਿ ਤੁਹਾਡੀ ਬੱਚੀਆਂ ਤੇ ਗੋਲੀਆਂ ਚਲਾ ਦਿੱਤੀਆਂ? ਮੈਂ ਬੇਟੇ ਨੂੰ ਉਠਾ ਕੇ ਘੱਲਿਆ। ਮੈਂ ਕਿਹਾ ਜਾ ਬੇਟਾ ਉਹਨੂੰ ਲੈ ਕੇ ਆ, ਮਾਮਾ ਨੇ ਉਹਨੂੰ ਲੈ ਆ। ਬੇਟਾ ਮੇਰਾ ਐਡਾ ਅੱਛਾ ਸੀ, ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦਾ, ਹੱਤਾ ਕਿ ਗਲਾਸ ਵੀ ਨਹੀਂ ਚੁੱਕਣ ਦਿੰਦਾ। ਕਹਿੰਦਾ ਪਾਪਾ ਜੀ ਬਵੋ। ਅਬਦੁਰਰਹਿਮਾਨ ਦੀ ਗੱਲ ਕਰਦੇ ਰਹਿਮਾਨ
ਉਹ ਲੈ ਕੇ ਗਿਆ 5 ਮਿੰਟ ਬਾਅਦ ਇੱਕ ਬੰਦਾ ਆਇਆ ਸਾਹਮਣੇ, ਮੈਂ ਸ਼ਟਰ ਚੁੱਕਣ ਰਿਹਾ, ਕਹਿੰਦਾ ਭਾਈ ਹਨੀ ਤੁਹਾਡਾ ਬੇਟਾ ਅਬਦੁਲ ਰਹਿਮਾਨ? ਮੈਂ ਕਿਹਾ ਜੀ। ਕਹਿੰਦਾ ਆ ਜਾਓ, ਫਿਰ ਉਹਨੂੰ ਕੋ ਗੋਲੀ ਮਾਰ ਗਿਆ। ਮੈਂ ਕਿਹਾ ਨਹੀਂ ਯਾਰ, ਇੰਜ ਨਹੀਂ ਹੋ ਸਕਦਾ, ਬੱਚਤ ਹੋ ਗਈ। ਕਹਿੰਦਾ ਨਹੀਂ ਆ ਕੇ ਵੇਖ ਲਓ। ਮੇਰੇ ਉੱਥੇ ਹੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਕਿਹਾ ਮੇਰੀ ਤੇ ਦੁਨੀਆ ਉੱਜੜ ਗਈ। ਫਿਰ ਵੀ ਮੈਂ ਜਿਵੇਂ ਕਿਵੇਂ ਆਹੀ ਮੋਟਰਸਾਈਕਲ ਦੇ ਪਿੱਛੇ ਭਾ ਕੇ ਚਲਾ ਗਿਆ। ਉੱਥੇ ਜਾ ਕੇ ਵੇਖਿਆ ਮੇਰੀ ਬੇਟੀ ਮੌਕੇ ਤੇ ਹੀ ਦਮ ਤੋੜ ਗਈ। ਬੇਟੇ 'ਚ ਸਾਹ ਆਇਆ ਸੀ, ਜਿਵੇਂ ਕਿਵੇਂ ਆਇਆ ਸੀ ਰਕਸ਼ੇ 'ਚ ਪਾ ਕੇ। ਉਹ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ। ਤੇ ਬੇਟੀ ਦੀ ਹਲਾਕਤ ਮੌਕੇ ਤੇ ਹੋ ਗਈ ਸੀ। ਮੌਕੇ ਤੇ ਹੀ ਸੀ। ਕੋਈ ਆਖਰੀ ਵਾਰੀ ਉਹਨੇ ਕੋਈ ਗੱਲ ਨਹੀਂ ਆਪਣੇ ਬਾਪ ਨਾਲ ਕੀਤੀ? ਨਹੀਂ, ਕੋਈ ਗੱਲਬਾਤ ਨਹੀਂ ਹੋਈ, ਨਾ ਬੇਟੇ ਨੇ ਕੀਤੀ। ਬਸ ਸਾਹ ਚੱਲ ਰਹੇ ਸੀ। ਮੈਂ ਕਿਹਾ ਮੇਰੇ ਪੁੱਤਰ ਦੇ ਸਾਹ ਚੱਲਦੇ ਨੇ, ਮੈਂ ਇਹਨੂੰ ਜਿਵੇਂ ਕਿਵੇਂ ਆ ਮੈਂ ਲੈ ਕੇ ਜਾਵਾਂ। ਇਸੇ ਵਜ੍ਹਾ ਤੋਂ ਤੁਹਾਡੇ ਬੱਚਿਆਂ ਨੂੰ ਕਤਲ ਕਰ ਦਿੱਤਾ ਹੈ ਕਿ ਤੁਹਾਡੀ ਬੇਟੀ ਨੇ ਆਪਣੇ ਨਾਲ ਹੋਣ ਵਾਲਾ ਵਾਕਿਆ ਹਰਾਸਗੀ ਦਾ ਉਹ ਤੁਹਾਨੂੰ ਇਤਲਾਹ ਦਿੱਤੀ ਸੀ? ਹਾਂਜੀ, ਇਸੇ ਵਜ੍ਹਾ ਤੋਂ ਉਹਨੇ ਕਿਹਾ ਇਹਨੇ ਕਿਉਂ ਦੱਸਿਆ। ਪਰੇਸ਼ਾਨ ਸੀ, ਅਜ਼ੀਅਤ ਸੀ। ਜ਼ਾਹਰ ਹੈ ਹਰ ਮਾਂ ਪਿਓ ਨੂੰ ਪਰੇਸ਼ਾਨੀ ਹੁੰਦੀ ਹੈ, ਆਪਣੇ ਨਾਲੋਂ ਤੇ ਬਿਹਤਰ ਹੀ ਫੈਸਲਾ ਕਰਦਾ। ਤੁਹਾਡੀ ਬੇਟੀ ਕਿਹੜੀ ਕਲਾਸ 'ਚ ਪੜ੍ਹਦੀ ਸੀ? 9ਵੀਂ ਕਲਾਸ। 9ਵੀਂ ਕਲਾਸ ਦੇ ਬੱਚੇ ਤੇ ਬੜੇ ਛੋਟੇ ਹੁੰਦੇ ਨੇ। ਹਾਂਜੀ ਛੋਟੇ ਛੋਟੇ ਬੱਚਿਆਂ ਨੂੰ ਹਰਾਸਾਂ ਕਰਦੇ ਨੇ ਲੋਕ। ਹਾਂਜੀ। ਤੇ ਜਿਹੜਾ ਬੇਟਾ ਤੁਹਾਡਾ, ਉਹਨੇ ਵੀ 9 ਪੜ੍ਹੀਆਂ ਸੀ। ਬਾਕੀ ਉਹਦੀ ਡਿਊਟੀ ਇਹ ਸੀ ਕਿ ਮੈਂ ਇਹ ਜਾਏਗਾ ਤੇ ਮੈਨੂੰ ਲੈਣ, ਮੈਂ ਫੇਰ ਸਕੂਲ ਜਾਣਾ, ਨਹੀਂ ਤੇ ਮੈਂ ਨਹੀਂ ਜਾਣਾ। ਕੰਮ ਕਰਦਾ ਸੀ ਕੋਈ? ਮਨਿਆਰੀ ਦੀ ਦੁਕਾਨ ਤੇ ਜਾਂਦਾ ਸੀ। ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਯਾਰ ਮਿਹਰਬਾਨੀ ਹੈ ਤੁਹਾਡੀ, ਮੇਰੇ ਬੇਟੇ ਨੂੰ ਇੰਨਾ ਕੁ ਟਾਈਮ ਦੇ ਦਿਆ ਕਰੋ ਕਿ ਸੁਬਾਹ ਨੂੰ ਤੇ ਘਰ ਹੀ ਹੁੰਦਾ, ਕਿ ਦੁਕਾਨ ਤੋਂ ਆ ਕੇ 5 ਮਿੰਟ ਲੱਗਦੇ ਨੇ, ਛੱਡ ਜਾ ਕਰੇਗਾ। ਯਾਨੀ ਕਿ ਹੁਣ ਉਹ ਬੇਟਾ ਤੁਹਾਡਾ ਬਾਜ਼ੂ ਬਣ ਚੁੱਕਿਆ ਸੀ। ਜ਼ਿੰਦਗੀ ਦੇ ਮਾਮਲਾਤ ਦੇ ਵਿੱਚ ਉਹ ਤੁਹਾਡਾ ਹੱਥ ਵਟਾ ਰਿਹਾ ਸੀ। ਬੜੀ ਜ਼ਿੰਦਗੀ 'ਚ ਬੜੀ ਅੱਛੀ ਸੋਹਣੀ ਜ਼ਿੰਦਗੀ ਚੱਲਣ ਲੱਗ ਗਈ ਮੇਰੀ। ਛੋਟੀ ਜਿਹੀ ਮੇਰੀ ਦੁਨੀਆ ਸੀ, ਬੜਾ ਪਿਆਰ ਸੀ। ਮੇਰੇ ਬੱਚੇ ਸੀ ਤੁਹਾਡੇ? 4 ਬੇਟੇ, 4 ਬੱਚੇ ਸੀ, 2 ਬੇਟੇ 2 ਬੇਟੀਆਂ। 2 ਬੇਟੇ ਹੁਣ ਹਯਾਤ ਨੇ ਤੇ 2 ਮਾਰ ਦਿੱਤੇ ਨੇ। 2 ਬੇਟੇ ਵੱਡੇ ਸੀ ਤੇ ਬੇਟੀਆਂ ਛੋਟੀਆਂ ਸੀ। ਇਹ ਦੋਨੋਂ ਵਿਚਕਾਰਲੇ ਸੀ। ਤੇ ਬੇਟੀ ਤੇ ਤੁਹਾਡੀ ਬੜੀ ਲਾਡਲੀ ਹੋਏਗੀ? ਬੜੀ ਲਾਡਲੀ ਸੀ, ਪਿਆਰ ਕਰਦੀ ਸੀ ਸਾਰਿਆਂ ਨਾਲ, ਲੜਦੀ ਝਗੜਦੀ ਸੀ, ਲਾਡ ਕਰਦੀ ਸੀ। ਬੇਟੀ ਨਹੀਂ ਸੀ, ਉਹ ਮੇਰਾ ਬੇਟਾ ਸੀ। ਰੌਣਕ ਸੀ ਘਰ ਦੀ ਦੋਨੋਂ। ਤੇ ਉਹ ਘਰ ਦੇ ਵਿੱਚ ਚਲਦੀ ਫਿਰਦੀ, ਉਹਦੇ ਖਿਆਲਾਤ ਹੀ ਆਉਂਦੇ ਹੋਣਗੇ। ਲੋਕੀ ਆਂਦੇ ਨੇ, ਹੌਸਲਾ ਤੇ ਦਿੰਦੇ ਨੇ, ਪਰ ਹੌਸਲਾ ਤੇ ਅੱਲਾ ਨੇ ਦੇਣਾ, ਟਾਈਮ ਲੱਗੇਗਾ। ਬਾਕੀ ਇਹ ਜਿਹੜਾ ਕੰਮ ਹੋ ਗਿਆ CCTV ਵਾਲੇ, ਇਨਸਾਫ ਸੁਣਿਆ ਕਿ ਬੜਾ ਦਿੰਦੇ ਨੇ, ਸਾਨੂੰ ਤੇ ਉਹ ਯਕੀਨ ਹੋਏਗਾ ਕਿ ਜਦੋਂ ਸਾਡੇ ਜਾਣਦੇ ਇਸ ਮਹਿਕਮੇ ਨੂੰ, ਇਸ ਅਥਾਰਟੀ ਨੂੰ, CCD ਜਿਹੜੀ ਲੋਕਾਂ ਨੂੰ ਇਨਸਾਫ ਦਿੰਦੀ ਹੈ? ਜਾਣਦਾ, ਹੁਣ ਜਾਣਨਾ। ਆ ਲੋਕੀ ਜੋ ਆ ਕੇ ਮਿਲਦੇ ਨੇ ਨਾ, ਇਹ ਦੱਸਦੇ ਨੇ ਕਿ ਇਨਸ਼ਾਅੱਲਾ ਤੇਰੇ ਨਾਲ ਇਨਸਾਫ ਹੋਏਗਾ। ਮੈਂ ਕਿਹਾ ਉਹ ਤੇ ਉਦੋਂ ਪਤਾ ਲੱਗੇਗਾ ਜਦੋਂ ਮੇਰੇ ਨਾਲ ਇਨਸਾਫ ਹੋਏਗਾ ਕਿ ਵਾਕਈ ਉਹ ਅਫਸਰ ਹੈ ਨੇ CCTV ਵਾਲੇ। ਤੁਹਾਡੇ 2 ਬੱਚਿਆਂ ਨੂੰ ਸਰੇਆਮ ਚੌਕ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਤੁਹਾਨੂੰ ਉਮੀਦ ਹੈ ਕਿ ਇਹ ਪੁਲਿਸ, ਗੁਜਰਾਂਵਾਲਾ ਦੀ ਪੁਲਿਸ ਤੁਹਾਨੂੰ ਇਨਸਾਫ ਦੇਗੀ? ਉਮੀਦ ਤੇ ਬੜੀ ਹੈ, ਹੁਣ ਵੇਖੋ ਕੀ ਕਰਦੇ ਨੇ। ਜਦੋਂ ਇਨਸਾਫ ਮਿਲੇਗਾ ਫੇਰ ਹੀ ਪਤਾ ਲੱਗੇਗਾ। ਨਾ ਤੇ ਬੜਾ ਸੁਣਿਆ। ਤਕਰੀਬਨ 1 ਹਫ਼ਤਾ ਗੁਜ਼ਰ ਗਿਆ ਤੁਹਾਡੇ ਬੱਚਿਆਂ ਨੂੰ ਕਤਲ ਹੋਇਆ। ਗੱਲਬਾਤ ਨਹੀਂ। ਇਸ ਕਾਤਲ ਨੂੰ ਪੁਲਿਸ ਕੀ ਕਹਿੰਦੀ ਹੈ, ਅਸੀਂ ਫੜ ਲਿੱਤਾ ਹੈ ਜਾਂ ਜੇ ਨਹੀਂ ਫੜਿਆ ਗਿਆ? ਨਹੀਂ, ਹਲੇ ਮੇਰੇ ਨਾਲ ਕੋਈ ਮੈਨੂੰ ਉਹ ਨਹੀਂ, ਰਿਸਪੌਂਸ ਨਹੀਂ ਮਿਲ ਰਿਹਾ। ਤੁਹਾਡੇ ਕੋਲ ਵੀ ਚੱਲ ਕੇ ਕੋਈ ਪੁਲਿਸ ਅਫਸਰ ਨਹੀਂ ਆਇਆ? ਕੋਈ ਨਹੀਂ ਆਇਆ। ਐਡੀ ਬੇਹਿੱਸੀ ਕੀ ਵਜ੍ਹਾ ਹੈਗੀ ਹੈ? ਮਰੀਮ ਨਵਾਜ਼ ਸਾਹਿਬਾ ਕਹਿੰਦੀ ਹੈ ਮੈਂ ਸਭ ਦੀ ਮਾਂ ਹੈ, ਪਰ ਪਤਾ ਤੇ ਉਦੋਂ ਲੱਗੇਗਾ ਜੋ ਸਾਡੇ ਨਾਲ ਇਨਸਾਫ ਕਰੇਗੀ। ਜੋ ਕਹਿੰਦੀ ਹੈ ਸਭ ਦੀ ਮਾਂ ਹੈ, ਤੇ ਉਹਦੇ ਤੇ 2 ਬੱਚਿਆਂ ਨੂੰ ਸਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਉਹਦੇ ਹੁੰਦਿਆਂ ਨਹੀਂ ਨਾ ਜ਼ੇਬ ਦਿੰਦਾ ਉਹਨਾਂ ਨੂੰ। ਉਹਦੇ ਹੁੰਦਿਆਂ, ਮਾਂ ਦੇ ਹੁੰਦਿਆਂ ਕੋਈ ਬੱਚਿਆਂ ਨੂੰ ਮਾਰ ਜੇ, ਇਨਸਾਫ ਨਾ ਮਿਲੇ ਤੇ ਫਿਰ ਉਹਨੂੰ ਜ਼ੇਬ ਨਹੀਂ ਨਾ ਦਿੰਦਾ ਮਰੀਮ ਨਵਾਜ਼ ਨੂੰ। ਤੁਹਾਨੂੰ ਸਯਦ ਜ਼ਫਰ ਚੱਠਾ ਸਾਹਿਬ ਜਿਹੜੇ CCD ਦੇ ਹੈੱਡ ਹੈਗੇ ਨੇ, ਉਹਨਾਂ ਨੂੰ ਤੁਸੀਂ ਕੁਝ ਮੁਖਾਤਬ ਕਰਕੇ ਕੁਝ ਕਹਿਣਾ ਚਾਹੋਗੇ, ਕੁਝ ਅਪੀਲ ਕਰਨਾ ਚਾਹੋਗੇ ਕਿ ਮੈਨੂੰ ਇਨਸਾਫ ਦੇ ਦਿਓ, ਮੇਰੇ 2 ਬੱਚਿਆਂ ਨੂੰ ਸਰੇਆਮ ਮਾਰ ਦਿੱਤਾ ਜੀ? ਬਸ ਉਹਨਾਂ ਤੇ ਉਮੀਦ ਹੈ ਕਿ ਮੈਨੂੰ ਇਨਸਾਫ ਦੇਣਗੇ ਤੇ ਮੇਰੀਆਂ ਅੰਦਰ ਠੰਡੀਆਂ ਹੋਣਗੀਆਂ ਢਿੱਡ ਦੀਆਂ, ਨਹੀਂ ਤੇ ਮੈਂ ਤੇ ਇੰਝ ਹੀ ਤੜਫ ਕੇ ਮਰ ਜਾਵਾਂਗਾ। ਉਸ ਦਿਨ ਬੇਟੀ ਦੇ ਨਾਲ ਕੋਈ ਆਖਰੀ ਗੱਲ ਹੋਈ ਸੀ ਸਕੂਲ ਜਾਣ ਤੋਂ, ਇਸ ਵਾਕਿਏ ਤੋਂ ਪਹਿਲੇ? ਨਹੀਂ। ਕੋਈ ਉਹਦੀ ਐਸੀ ਗੱਲ ਜਿਹੜੀ ਕਿ ਬਾਰ-ਬਾਰ ਤੁਹਾਨੂੰ ਯਾਦ ਆਉਂਦੀ ਹੋਵੇ? ਬਸ ਜਦੋਂ ਸਕੂਲੋਂ ਆਉਂਦੀ ਸੀ ਉਦੋਂ ਹੀ ਗੱਲਾਂ ਕਰਦੀ ਸੀ ਆ ਕੇ, ਜਿਹੜੀਆਂ ਗੱਲਾਂ ਸਕੂਲ 'ਚ ਹੁੰਦੀਆਂ ਸੀ ਸਾਰੀਆਂ ਆ ਕੇ ਸ਼ੇਅਰ ਕਰਦੀ ਸੀ ਘਰ। पापा जी इधर बैठो, मैंने आपसे बात करनी है। पापा जी मैंने बोलना बेटा अभी सुनता हूँ, ठहर जाओ। कहती नहीं मेरी पहले मेरी बात सुनो। मैं कि इन्ने लाडा च गल करदी सी। नाज़रीन, ये अंदर से बेसिकली इंसान मुकम्मल तौर पर रेज़ा हो चुका है, क्योंकि मर्द है ना, अल्लाह ताला ने मर्द को इस कदर मजबूत बनाया हुआ है कि वो चाहते हुए भी ख़ुद को जो है ना वो तसल्ली दे सकता है। और ये मेरा भाई जिसकी 2 बच्चों को सरेआम गोलियां मार के कत्ल कर दिया गया, उसका अंदर किस तरह से छलनी हो गया। यकीनन इनकी आंखों के सामने
इनके दोनों बच्चों के चेहरे उसी तरह घूमते होंगे जिस तरह ऐसे लगता होगा कि अभी ये गए हैं घर से बाहर और अभी वापस आ जाएंगे, लेकिन वो अब उस घर में चले गए हैं जहाँ शायद अब इनका रोज़े महशर वाले दिन मुलाकात होगी और ये बच्चे इनकी बख्शिश का ज़रिया भी बनेंगे। लेकिन हमें अपनी माँ बनकर साबित करने वाली मरियम नवाज़ साहिबा, बार बार हम आपको पुकारते हैं, बार बार ऐसे मज़लूम लोग आपके सामने बिठा देते हैं और वो आपसे मुतालबा करते हैं, अगर खुदा ने आपको इक़्तिदार दे ही दिया है तो खुदारा ऐसे गरीब लोगों का, अगर आप माँ हैं ना, तो इन दो बच्चों की माँ बन के दिखाओ। इन दो बच्चों का गुनाह क्या था? किसी को छेड़ के नहीं आ रहे थे, तालीम हासिल करके आ रहे थे, और वो बच्ची जिसको आते जाते ये दरिंदा गलत किस्म की हरकतें करता था, और उस जालिम इंसान ने दोनों बहन भाइयों को उस वक्त गोली मारी जब वो अपने भाई के साथ स्कूल से घर वापस आ रही थी।